नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। पुरानी पेंशन स्कीम हक हमारा लेकर रहेंगे, पुरानी पेंशन स्कीम लेकर रहेंगे। एनपीएस नहीं चलेगी, इनकलाब जिंदाबाद, साम्राज्यवाद मुर्दाबाद। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰਦੇ ਆ ਜਿਹੜੇ ਕਹਿੰਦੇ ਕਿ ਸਰਕਾਰ ਦੇ ਕੋਲ ਪੈਸਾ ਨਹੀਂ ਹੈ। ਮੇਰੇ ਤੋਂ ਪਹਿਲਾਂ ਸਾਥੀ ਸਰਕਾਰ ਜਿਹੜੀ ਬੜੀ ਇਮਾਨਦਾਰ ਅਖਵਾਉਂਦੀ ਆ, ਜਿਹੜੀ ਰਾਸ਼ਟਰਵਾਦੀ ਅਖਵਾਉਂਦੀ ਆ, ਔਰ ਜਿਹੜੀ ਪੈਰਾਮਿਲਟਰੀ ਫੋਰਸ ਦੀ ਪੈਨਸ਼ਨ ਬੰਦ ਕਰਵਾਉਣ ਦੇ ਲੋਕਾਂ ਨੇ ਭਾਰਤ ਸਰਕਾਰ ਲੱਖਾਂ ਕਰੋੜ ਰੁਪਈਆ ਕਰਜ਼ ਮਾਫ ਕਰਦੀ ਆ, ਟੈਕਸ ਮਾਫ ਕਰ ਦਿੰਦੀ ਆ ਤੇ ਪੈਨਸ਼ਨ ਦਾ ਬੋਝ ਕਰਮਚਾਰੀਆਂ ਦੇ ਲਈ ਪੈਸਾ ਨਹੀਂ ਹੈ। ਇਸ ਦੇਸ਼ ਦੇ ਵਿੱਚ ਕੁਝ ਅਰਥ ਸ਼ਾਸਤਰੀ ਉਹ ਮਨਟੇਕ ਸਿੰਘ ਵਾਲੇ ਵਰਗੇ ਪੁੱਠੀ ਪੱਗ ਬੰਨਣ ਵਾਲੇ ਉਹ ਜਿਹੜੇ ਕਦੀ ਸਾਨੂੰ ਇਹ ਮੱਤਾਂ ਦਿੰਦੇ ਸੀ ਕਿ ਇਸ ਦੇਸ਼ ਦੇ ਵਿੱਚ ਜਿਹੜਾ 22 ਰੁਪਏ ਕਮਾਉਂਦਾ ਤੇ ਖਾਂਦਾ ਹੈ, ਜਿਹੜਾ 27 ਰੁਪਏ ਕਮਾਉਂਦਾ ਤੇ ਖਾਂਦਾ ਹੈ, ਉਹ ਗਰੀਬ ਨਹੀਂ ਹੈ, ਉਹਨੂੰ ਸਰਕਾਰ ਵੱਲੋਂ ਕਿਸੇ ਸਹਾਇਤਾ ਦੀ ਲੋੜ ਨਹੀਂ ਹੈ, ਉਹਨੂੰ ਸਬਸਿਡੀਆਂ ਦੀ ਲੋੜ ਨਹੀਂ ਹੈ। ਬੈਂਕਾਂ ਦੇ ਵਿੱਚ ਖਾਤੇ ਚੱਲਦੇ ਨੇ, ਉਹਨਾਂ ਦੀ ਪੈਨਸ਼ਨ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਹੈ। ਪਰੰਤੂ ਕਰਮਚਾਰੀ ਜਿਹੜਾ 30-40 ਸਾਲ ਇਸ ਦੇਸ਼ ਦੀ ਸੇਵਾ ਕਰੇਗਾ, ਇਸ ਦੇਸ਼ ਦਾ ਵਿਕਾਸ ਕਰੇਗਾ, ਔਰ ਜਿਹਦੇ ਕੋਲ ਜਿਹੜਾ ਸੰਮੇਲਨ ਹੈ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਪਰਿਵਾਰਾਂ ਸਮੇਤ ਸਾਡੇ ਆਰਸੀਐਫ ਦੇ ਕਰਮਚਾਰੀ ਜੁੜੇ ਨੇ ਤਾਂ ਕਿ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਸਕੇ ਕਿ ਲੋਕ ਪੁਰਾਣੀ ਪੈਨਸ਼ਨ ਸਕੀਮ ਚਾਹੁੰਦੇ ਨੇ। 1 ਅਕਤੂਬਰ ਨੂੰ ਅਸੀਂ ਐਨਐਮਓਪੀਐਸ ਦੇ ਬੈਨਰ ਤਲੇ ਦਿੱਲੀ ਦੀਆਂ ਬਰੂਹਾਂ ਤੇ ਦਸਤਕ ਦੇਣੀ ਹੈ। ਭਾਰਤ ਸਰਕਾਰ ਨੂੰ ਇਹ ਚੈਲੰਜ ਕਰਨਾ ਕਿ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਕਰਕੇ ਅਸੀਂ ਆਰਸੀਐਫ ਦੇ ਪਰਿਵਾਰਾਂ ਨੂੰ ਅੱਜ ਸੱਦਾ ਦਿੱਤਾ ਸੀ ਕਿ ਇਹ ਇਸ਼ੂ ਸਿਰਫ ਕਰਮਚਾਰੀਆਂ ਦਾ ਨਹੀਂ ਹੈ, ਪਰਿਵਾਰਾਂ ਦਾ ਇਸ਼ੂ ਆ। ਆਓ ਇਹਦੇ ਤੇ ਸਾਂਝੇ ਹੋ ਕੇ ਲੜੀਏ। ਇੱਥੋਂ ਦਿੱਤੀ ਹੋਈ ਜਿਹੜੀ ਤਾਕਤ ਹੈ ਸਾਨੂੰ ਦਿੱਲੀ ਜਾਣ ਦੇ ਲਈ ਹੋਰ ਹੌਸਲਾ ਦੇਵੇਗੀ ਔਰ ਦਿੱਲੀ ਦੇ ਵਿੱਚ ਗਈ ਹੋਈ ਭੀੜ ਜਿਹੜੀ ਹੈ ਉਹ ਸਾਡੀ ਜਿੱਤ ਯਕੀਨੀ ਬਣਾਏਗੀ। ਇਹ ਇਸ ਪ੍ਰੋਗਰਾਮ ਕਰਾਉਣ ਦਾ ਸਾਡਾ ਅੱਜ ਮਕਸਦ ਹੈ। ਲਗਭਗ 80 ਲੱਖ ਕਰਮਚਾਰੀ ਜਿਹੜੇ ਆ ਉਹ ਐਨਪੀਐਸ ਦੇ ਮਾਰੇ ਹੋਏ ਨੇ, ਐਨਪੀਐਸ ਤੋਂ ਪੀੜਤ ਨੇ। ਕੋਈ ਕਰਮਚਾਰੀ ਇਹ ਨਹੀਂ ਚਾਹੁੰਦਾ ਕਿ ਅਸੀਂ ਐਨਪੀਐਸ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਸਾਰੇ ਕਰਮਚਾਰੀ 101% ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰਦੇ ਆ ਔਰ ਸਰਕਾਰ ਦੇ ਕੋਲੋਂ ਅਸੀਂ ਅਪੀਲ ਕਰਦੇ ਆ ਮੋਦੀ ਸਰਕਾਰ ਕੋਲੋਂ ਕਿ ਕਰਮਚਾਰੀਆਂ ਦੇ ਬੁਢਾਪੇ ਦੀ ਪੀੜਾ ਨੂੰ ਸਮਝਦੇ ਹੋਏ ਉਹ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬੁਢਾਪੇ ਦੀ ਲਾਠੀ ਹੈ ਉਹ ਬਹਾਲ ਕੀਤੀ ਜਾਵੇ। ਇਹ ਪੰਜਾਬ ਤੋਂ ਸਾਡੇ ਸੀਪੀਐਫ EMPLOYEE ਯੂਨੀਅਨ ਦੇ ਸਾਥੀ ਜਲੰਧਰ ਤੋਂ, ਕਪੂਰਥਲਾ ਤੋਂ, ਸੁਲਤਾਨਪੁਰ ਲੋਧੀ ਸਾਹਿਬ ਤੋਂ ਪਹੁੰਚੇ ਨੇ। ਰੇਲਵੇ ਦੇ ਸਾਡੇ ਸਾਥੀ ਦਿੱਲੀ ਤੋਂ, ਗਾਜ਼ੀਆਬਾਦ ਤੋਂ, ਪਟਿਆਲਾ ਤੋਂ, ਜੀਂਦ ਤੋਂ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੋਂ, ਈਵਨ ਕਿ ਰਾਏਬਰੇਲੀ MCF ਤੋਂ ਸਾਡੇ ਸਾਥੀ ਪਹੁੰਚੇ ਨੇ, ਹੋਰ ਬਹੁਤ ਸਾਰੀਆਂ ਜਗ੍ਹਾ ਤੋਂ ਪਹੁੰਚੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਇੱਥੋਂ ਇੱਕ ਮੈਸੇਜ ਜਿਹੜਾ ਉਹ ਪੂਰੀ ਭਾਰਤੀ ਰੇਲ ਤੇ ਪੂਰੇ ਦੇਸ਼ ਦੇ ਵਿੱਚ ਜਾਵੇ। ਬਿਲਕੁਲ 2018 ਦੇ ਵਿੱਚ ਸਾਡੇ ਕੋਲ ਬਦਲ ਕੋਈ ਨਹੀਂ ਸੀ ਹੈਗਾ, ਪਰੰਤੂ ਅੱਜ ਸਾਡੇ ਕੋਲ ਬਦਲ ਹੈ। ਕਾਂਗਰਸ ਪਾਰਟੀ ਜਿਹਨੇ 2003 ਦੇ ਵਿੱਚ ਨਵੀਂ ਪੈਨਸ਼ਨ ਸਕੀਮ ਨਾਂ ਦਾ ਕਾਨੂੰਨ ਬਣਾਇਆ ਸੀ, PFRD ਐਕਟ ਨੂੰ ਕਾਨੂੰਨ ਬਣਾਇਆ ਸੀ, ਉਹੀ ਕਾਂਗਰਸ 2023 ਦੇ ਵਿੱਚ ਇਹ ਗੱਲ ਦਾ ਐਲਾਨ ਕਰ ਚੁੱਕੀ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ। ਅਗਰ ਸਰਕਾਰ, ਮੋਦੀ ਸਰਕਾਰ ਇਸ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਹੀਂ ਮੰਨਦੀ ਤੇ ਕਰਮਚਾਰੀਆਂ ਦੇ ਕੋਲ ਅੱਜ ਵਿਕਲਪ ਮੌਜੂਦ ਹੈ, ਬਦਲ ਮੌਜੂਦ ਹੈ, ਤੇ ਫਿਰ ਕਰਮਚਾਰੀ ਆਪਣੀ ਸੱਟ ਮਾਰਨਗੇ ਵੋਟ ਦੀ ਚੋਟ ਨਾਲ ਤੇ ਇਹਨਾਂ ਸੱਤਾ ਤੋਂ ਬਾਹਰ ਕਰਨਗੇ। ਪਹਿਲੀ ਗੱਲ, ਅਸੀਂ ਪੰਜਾਬ ਸਰਕਾਰ ਦੇ ਇਸ ਕਾਲੇ ਕਾਨੂੰਨ ਦਾ ਜ਼ਬਰਦਸਤ ਵਿਰੋਧ ਕਰਦੇ ਹਾਂ। ਕਰਮਚਾਰੀ ਹੜਤਾਲ ਕਦੇ ਸੌਂਕ ਨਾਲ ਨਹੀਂ ਕਰਦੇ, ਉਹਨਾਂ ਦੀ ਮਜਬੂਰੀ ਬਣਾਈ ਜਾਂਦੀ ਆ। ਅਸੀਂ ਐਸਮਾ ਲਾਉਣ ਦਾ ਪੰਜਾਬ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕਰਦੇ ਹਾਂ। ਇੱਦਾਂ ਦੇ ਕਾਲੇ ਕਾਨੂੰਨ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਲੱਗਣੇ ਚਾਹੀਦੇ। ਜੇ ਭਵਿੱਖ ਦੇ ਵਿੱਚ ਭਾਰਤ ਸਰਕਾਰ ਇੱਦਾਂ ਦਾ ਕੋਈ ਕਾਲਾ ਕਾਨੂੰਨ ਲਾਗੂ ਕਰਦੀ ਆ ਤੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ। ਉਹਦੇ ਲਈ ਜਿੱਥੇ ਤੱਕ ਵੀ ਜਾਣਾ ਪਿਆ, ਸੜਕ ਤੋਂ ਸੰਸਦ ਤੱਕ, ਜਿੱਥੇ ਤੱਕ ਵੀ ਸੰਘਰਸ਼ ਨੂੰ ਲੈ ਕੇ ਜਾਣਾ ਪਿਆ, ਅਸੀਂ ਜਾਣ ਦੇ पूरी लगातार तैयार है। मेरा नाम नरसिंह कुमार है। मैं नॉर्दर्न रेलवे एम्प्लॉयज़ यूनियन का जोनल प्रेसिडेंट हूँ और इंडियन रेलवे एम्प्लॉयज़ फेडरेशन का राष्ट्रीय वित्त सचिव हूँ। और जो आज पुरानी पेंशन के लिए जो आंदोलन चल रहा है, यहाँ पे जो सम्मेलन हो रहा है, ये 1 अक्टूबर 2023 को दिल्ली में एक बड़ा कार्यक्रम होगा पूरे देश के लोगों का। उसकी तैयारी के पूर्व में ये सब कार्यक्रम चल रहा है। और दरअसल क्या है कि इस देश में कहने के लिए तो 12 मजदूर संगठन है। जब 2004 में एनपीएस लागू किया गया तो 12 संगठनों में से किसी ने भी नहीं बोला।
हमारे रेलवे में दो संगठन है, एक AIRF और एक NFIR। इन दोनों के जितने भी जो लीडर थे उन्होंने भी इसके बारे में कुछ नहीं बोला, और उल्टा जो है कि इसके AIRF के जो ब्राह्मण पुरोहित है इसके ट्रस्टी बन के बैठ गए। और इसके बाद जब हम लोगों ने ये आंदोलन इंडियन रेलवे एम्प्लॉइज फेडरेशन के माध्यम से 2012 से पर्चे निकाल करके शुरू किए लोगों को जागरूक करना, तो इस समय ये दोनों के दोनों जो AIRF का फेडरेशन है ये कर्मचारियों को नई पेंशन के फ़ायदे बताने में लगा हुआ था, जबकि सारा मामला ये है कि 60% जो पैसा है कर्मचारियों का, जो पूरा पैसा है उसमें से 60% केवल मिलेगा, 40% जो कि वहाँ पे PFRDA में जो कि जमा ही रहेगा। और इसका सबसे बड़ा नुकसान ये है कि ये सारा का सारा पैसा जो कि शेयर मार्केट में जाता है, जैसे जैसे ही शेयर मार्केट घटेगा बढ़ेगा तो ये सारा का सारा मामला इनके हाथ में होता है। कर्मचारियों को इसमें पेंशन नहीं है। पेंशन जो पुरानी पेंशन है एक्चुअली वो फैमिली पेंशन है, पारिवारिक पेंशन है, और उस पारिवारिक पेंशन का फ़ायदा ये है कि वो 3 पीढ़ियों तक जाता है, जबकि ये जो जितने भी सरकारी कर्मचारी काम करने वाले जो लोग हैं ये इनके जो वेतन का एक हिस्सा है वो जो कि कटता रहता है उसके समय में, सेवा के दौरान में, और वो पैसा जो है इनको रिटायरमेंट के बाद मिलता है और इनके जो कि पीढ़ियों को भी मिलता है। जैसे हम रिटायर हो गए हमारे को मिलेगा, अगर हम नहीं रहे तो हमारी घरवाली को मिलेगा, अगर घरवाली भी नहीं रही तो जो विडो लड़की होती है या जो कि अनमैरिड लड़की होती है उसको भी मिलता है पैसा, मतलब परसेंटेज घट जाती है। दूसरा सबसे बड़ी बात क्या है कि जैसे जैसे हमारी उम्र बढ़ती जाती है, हम अगर 80 साल के होते हैं तो हमारे को जो 20% बढ़ जाएगा, 85 के होंगे तो 30% बढ़ जाएगा, 90 के होंगे तो 50% बढ़ जाएगा, 100 के होंगे तो हमारे को जो कि 100% जो कि मतलब पूरे तनख्वाह जो तरह हम जो कि जैसे जैसे हमारी बुढ़ापे में आवश्यकताएं बढ़ती जाती है मेडिकल वगैरह के लिए, तो उस तरीके से तमाम सारी चीज़ों की सुविधाएँ मिलती हैं। तो ये सरकार जो है कुल मिलाकर के इस देश का ही निजीकरण करने में लगी हुई है। पूंजीवाद को बढ़ावा देते हुए वैश्विक नीतियां जो पूरे दुनिया में चल रही हैं पूंजीवाद की, उन नीतियों को लेकर के ये काम किया जा रहा है। ये छोटे मोटा आंदोलन नहीं है, ये केवल जो कि कर्मचारियों का नहीं है, ये इस देश के पूरे नागरिकों का आंदोलन है। इस बात को सभी देशवासियों को समझना होगा और इस आंदोलन को आगे बढ़ाते हुए पूरे देश से निजीकरण, निगमीकरण और इस तरीके के तमाम सारे जो चीज़ें हैं वो सरकार से के उसमें आंदोलन करके इसको रोकना होगा। शिक्षा का निजीकरण, रोजगार का निजीकरण, तमाम सारी चीज़ें हैं, इस पर जो कि काम किए बगैर, जो आंदोलन किए बगैर ये रुकने वाला नहीं है। और इसके लिए एक ही हम जो की बात कहेंगे कि लोगों को बढ़ चढ़ करके इस आंदोलन में हिस्सा लेना चाहिए। इन्हीं बातों के साथ सुखजीत सिंह कौमी सीनियर मीत प्रधान नैशनल मूवमेंट फॉर ओल्ड पेंशन स्कीम अज फ्रंट अंगेस्ट NPS इन रेलवे वालों रेल कोच फैक्ट्री कपूरथला ਦੇ ਵਿੱਚ पुरानी पेंशन स्कीम की बहाली ਨੂੰ ਲੈ ਕੇ ਇੱਕ ਮਹਾ ਸੰਮੇਲਨ ਕੀਤਾ ਜਾ ਰਿਹਾ ਹੈ, जिस ਵਿੱਚ रेलवे ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਮੇਤ ਪਰਿਵਾਰ ਸੱਦਾ ਦਿੱਤਾ ਗਿਆ, ਕਿਉਂਕਿ ਜਿਹੜਾ ਪੁਰਾਣੀ ਪੈਨਸ਼ਨ ਦਾ ਮੁੱਦਾ ਹੈ ਇਹ ਇਕੱਲਾ ਮੁਲਾਜ਼ਮਾਂ ਦਾ ਮੁੱਦਾ ਨਹੀਂ, ਇਹ ਉਹਨਾਂ ਪਰਿਵਾਰਾਂ ਦਾ ਮੁੱਦਾ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਦੇ ਪਿਤਾ, ਜਿਨ੍ਹਾਂ ਦੇ ਬੇਟੇ ਅੱਜ NPS ਦੇ ਵਿੱਚ ਕੰਮ ਕਰ ਰਹੇ ਨੇ, क्योंकि ये वो मुद्दा है जिहड़ा आने वाली नौजवानी के भविख नाल जुड़िया होया मुद्दा है। सो लगातार पुरानी पेंशन स्कीम की बहाली के लिए देश भर दे विच अंदोलन चल रहा है। नैशनल मूवमेंट फॉर ओल्ड पेंशन स्कीम इक्को एक अजिही जथेबंदी है जो केंद्र ते राज सरकारां दे मुलाजमां दे नाल इकट्ठे होकर केंद्र नाल लड़ाई लड़ रही है। ते असीं अज इस मंच तो केंद्र की सरकार नूं ये चेतावनी दिंदे आ कि जेकर 1 अक्तूबर तो पहला तुसीं कोई पुरानी पेंशन स्कीम की बहाली दे विच कोई फैसला ना लिया तो 1 अक्तूबर नूं देश भर दे राज सरकारां दे मुलाजम, केंद्र सरकार दे मुलाजम इकट्ठे हो के दिल्ली आ रहे ने। जेकर तुसीं 1 अक्तूबर तो पहला पुरानी पेंशन स्कीम की बहाली ना की तो इन्हां मुलाजमां दा जिहड़ा विद्रोह होएगा, जिहड़ा रोस होएगा केंद्र सरकार के प्रति, वो मोदी सरकार तो ठल्लिया नहीं जाएगा। जिहड़ा पेंशन महान सम्मेलन हो रहा है ये रेल कोच फैक्ट्री कपूरथला दे विच RCF एम्पलाई यूनियन फ्रंट अगेंस्ट NPS इन रेलवे वालों हो रहा है। मैं जनरल सैकटरी इंडियन रेलवे एम्पलाइज फेडरेशन इहदे विच शामिल होए हैं और इहदा मुख मकसद जिहड़ी पुरानी पेंशन स्कीम है उन्होंने बहाल करवाना है, NPS जिहड़े आ उन्होंने रद्द करवाना है। 2004 दे विच जिहड़ा है ये कानून पास करके जिहड़ा है
ਇਹਨਾਂ ਸਾਥੀਆਂ ਦੇ ਉੱਤੇ ਜਿਹੜਾ ਹੈ, ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ, ਉਹਨਾਂ ਦੀ ਜਿਹੜੀ ਪੈਨਸ਼ਨ ਜਿਹੜੀ ਹੈ ਉਹ ਉਡਾ ਦਿੱਤੀ ਗਈ। ਇਸ ਕਰਕੇ ਇੰਡੀਅਨ ਰੇਲਵੇ EMPLOYEES ਫੈਡਰੇਸ਼ਨ ਜਿਹੜੀ ਹੈ ਲਗਾਤਾਰ ਹੀ ਉਸ ਸਮੇਂ ਤੋਂ ਲੈ ਕੇ ਅਸੀਂ ਲਗਾਤਾਰ ਜਗ੍ਹਾ ਜਗ੍ਹਾ ਜਾ ਕੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ ਔਰ ਇਸ ਬਾਰੇ ਚ ਦੱਸਿਆ ਕਿ ਇਹ ਕਿਵੇਂ ਪੈਨਸ਼ਨ ਜਿਹੜੀ ਹੈ, ਜਿਹੜਾ ਕਿ ਬੁਢਾਪੇ ਦੇ ਜਿਹੜਾ ਉਹ ਸਹਾਰਾ ਹੁੰਦੀ ਹੈ। ਘਰ ਦੇ ਵੀ ਤਾਂ ਹੀ ਕਿਸੇ ਨੂੰ ਜਿਹੜਾ ਉਹ ਮੰਨਦੇ ਆ ਜੇ ਅਗਰ ਉਹਦੇ ਕੋਲ ਕੋਈ ਪੈਸਾ ਹੈ, ਜੇ ਉਹਦੇ ਕੋਲ ਖਾਣ ਨੂੰ ਕੁਝ ਹੈ ਤਾਂ ਹੀ ਉਹਦੀ ਸੇਵਾ ਹੋਏਗੀ, ਨਹੀਂ ਤੇ ਬਜ਼ੁਰਗੀ ਦੇ ਵਿੱਚ ਆ ਕੇ ਆਪਣਾ ਬੁਢਾਪਾ ਜਿਹੜਾ ਅਸੀਂ ਰੋਲ ਲਵਾਂਗੇ। ਸੋ ਇਸ ਮੁੱਦੇ ਨੂੰ ਲੈ ਕੇ ਅਸੀਂ 2013 ਤੋਂ ਜਿਹੜਾ ਇੱਕ ਸੰਗਠਨਿਕ ਤਰੀਕੇ ਦੇ ਨਾਲ ਜਿਹੜਾ ਰਲ ਕੇ ਜਿਹੜਾ ਅਸੀਂ ਸਟੇਟਾਂ ਦੇ EMPLOYEES, ਰੇਲਵੇ ਦੇ EMPLOYEES, ਸੈਂਟਰ ਗਵਰਨਮੈਂਟ ਦੇ EMPLOYEES ਸਭ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਦਾ ਕੰਮ ਜਿਹੜਾ ਉਹ ਇੰਡੀਅਨ ਰੇਲਵੇ EMPLOYEES ਫੈਡਰੇਸ਼ਨ ਨੇ ਕੀਤਾ। ਫਰੰਟ ਅਗੇਂਸਟ NPS ਇਨ ਰੇਲਵੇ ਸਾਥੀ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਸ ਮੁਹਿੰਮ ਨੂੰ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਫੈਲਾਇਆ ਔਰ ਅੱਜ 6 ਸਟੇਟਾਂ ਦੇ ਵਿੱਚ ਜਦੋਂ ਜਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਗਈ ਹੈ ਜਾਂ ਬਹਾਲ ਹੋਣ ਦੇ ਕੰਢੇ ਤੇ ਹੈ, ਉਹਦਾ ਪ੍ਰੋਸੈਸ ਚੱਲ ਰਿਹਾ ਔਰ ਉਹਨੂੰ ਲੈ ਕੇ 1 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਰੈਲੀ ਹੋਣ ਜਾ ਰਹੀ ਹੈ, ਜਿੰਦੇ ਵਿੱਚ ਟੋਟਲ ਗਵਰਨਮੈਂਟ EMPLOYEES, ਸਟੇਟਾਂ ਦੇ EMPLOYEES ਜਿਹੜੇ ਆ ਉਹ ਸੈਂਟਰ ਗਵਰਨਮੈਂਟ ਦੇ EMPLOYEES ਇੱਕ ਦਿਨ ਜਿਹੜਾ ਹੈ ਜੀ ਦਿੱਲੀ ਦੇ ਵਿੱਚ ਇਕੱਠੇ ਹੋਣ ਜਾ ਰਹੇ ਆ, ਜਿੰਦੇ ਵਿੱਚ ਘੱਟੋ ਘੱਟ 10 ਲੱਖ ਦੀ ਗਿਣਤੀ ਦੇ ਵਿੱਚ ਲੋਕ ਹੋਣਗੇ, ਜਿੰਦਾ ਵਿੱਚ ਸਿੱਧਾ ਸੰਕੇਤ ਹੈ ਕਿ ਅਗਰ ਇਹ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਉਹਨੂੰ 2024 ਦੇ ਇਲੈਕਸ਼ਨਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਉਹ ਖਮਿਆਜਾ ਭੁਗਤਣਾ ਪਏਗਾ। ਇਹ ਘੱਟੋ ਘੱਟ 5 ਕਰੋੜ ਲੋਕ ਬਣਦੇ ਆ EMPLOYEE, ਉਹਨਾਂ ਦੇ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਮਿਲਾ ਕੇ ਅਸੀਂ 5 ਕਰੋੜ ਤੋਂ ਉੱਪਰ ਬਣਦੇ ਆ। ਅਗਰ 5 ਕਰੋੜ ਲੋਕਾਂ ਨੇ ਇੱਕ ਫੈਸਲਾ ਕਰ ਲਿਆ ਤਾਂ ਇਹ ਸਰਕਾਰਾਂ ਜਿਹੜੀਆਂ ਇਹ ਨਹੀਂ ਟਿਕ ਪਾਣਗੀਆਂ। ਸੋ ਤੁਹਾਡੇ ਮਾਧਿਅਮ ਰਾਹੀਂ, ਮੈਂ ਮੀਡੀਆ ਦੇ ਮਾਧਿਅਮ ਰਾਹੀਂ ਇਹ ਗੱਲ ਜਿਹੜੀ ਹੈ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਤੁਰੰਤ ਜਿਹੜਾ OPS ਨੂੰ ਬਹਾਲ ਕੀਤਾ ਜਾਏ, ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਏ। ਇਹਦੇ ਆਰਡਰ ਜਿਹੜੇ ਆ ਉਹ ਛੇਤੀ ਕਰਨੇ ਚਾਹੀਦੇ ਆ। ਇਸ ਰੂਲ ਨੂੰ ਜਿਹੜਾ ਤੁਰੰਤ ਕੈਂਸਲ ਕਰਨਾ ਚਾਹੀਦਾ ਜਿਹੜਾ ਨਿਊ ਪੈਨਸ਼ਨ ਸਕੀਮ ਦਾ। ਸੋ ਇਸ ਕਰਕੇ ਇੰਡੀਅਨ ਰੇਲਵੇ EMPLOYEES ਫੈਡਰੇਸ਼ਨ ਜਿੰਨੇ ਜ਼ੋਨਾਂ ਦੇ ਵਿੱਚ ਕੰਮ ਕਰ ਰਹੀ ਹੈ ਰੇਲਵੇ ਦੇ ਅੰਦਰ, ਉਹ ਹਲਕ ਜਗਾਉਣ ਦਾ ਕੰਮ, ਜਿੰਨੇ ਗੈਰ ਮਾਨਤਾ ਪ੍ਰਾਪਤ ਸੰਗਠਨ ਨੇ ਉਹਨਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਕੰਮ ਜਿਹੜਾ ਉਹ ਅਸੀਂ ਕਰ ਰਹੇ ਹਾਂ। ਅਸੀਂ ਇੱਕ ਮੰਚ ਤੇ ਲਿਆਉਣ ਦਾ ਕੰਮ ਕੇਵਲ ਵੋਟਾਂ ਦੇ ਲਈ ਨਹੀਂ, ਅਸੀਂ ਸੰਘਰਸ਼ ਦੇ ਲਈ ਕਰ ਰਹੇ ਹਾਂ। ਸੋ ਸਾਡੀ ਇਹ ਬੇਨਤੀ ਹੈ, ਸਾਡੀ ਉਹਨਾਂ ਸਾਰੇ ਸੰਗਠਨਾਂ ਨੂੰ ਬੇਨਤੀ ਹੈ ਜਿਹੜੇ ਗੈਰ ਮਾਨਤਾ ਪ੍ਰਾਪਤ ਨੇ, ਉਹ ਆਓ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹੋ ਜਿਹਾ ਹੋਕਾ ਮਾਰੀਏ ਔਰ ਇਹੋ ਜਿਹੀ ਜਿਹੜੀ ਹੈਂਕੜਬਾਜ਼ ਸਰਕਾਰਾਂ ਨੇ ਉਹਨਾਂ ਦਾ ਮੂੰਹ ਜਿਹੜਾ ਮੋੜੀਏ। ਧੰਨਵਾਦ ਜੀ।